ਅਲਹਮਦੁਲਿਲਾ ਦੋਸਤੋ, ਜਿਵੇਂ ਮੈਂ ਦੱਸਦਾ ਕਿ ਗਾਇਨੋਗੋਮੈਸਟੀਆ ਬੱਚਿਆਂ ਦੇ ਵਿੱਚ, ਲੜਕਿਆਂ ਦੇ ਵਿੱਚ ਛਾਤੀ ਦਾ ਵੱਧ ਜਾਣਾ। 1 ਮਹੀਨਾ ਪਹਿਲੇ ਕੇਸ ਇੱਕ ਦੇਖਿਆ ਸੀ, ਪੇਸ਼ੈਂਟ ਆਏ ਸੀ ਮੇਰੇ ਕੋਲ ਤੇ ਅਲਹਮਦੁਲਿਲਾ 1 ਮਹੀਨੇ ਦੇ ਵਿੱਚ ਤਕਰੀਬਨ 70% ਇਹਨਾਂ ਦੀ ਛਾਤੀ ਜਿਹੜੀ ਹੈ ਉਹ ਨਾਰਮਲ ਹੋ ਗਈ ਹੈ। ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਹੈ ਕਿ ਹਾਰਮੋਨਸ ਦੇ ਮਸਲੇ ਦੀ ਵਜ੍ਹਾ ਤੋਂ ਹੁੰਦਾ ਹੈ। ਬਾਈ ਇਹਦਾ ਹੱਲ ਆਪਰੇਸ਼ਨ ਨਹੀਂ ਆ। ਅਗਰ ਤੁਸੀਂ ਇਹਦਾ ਤਾਂ ਆਪਰੇਸ਼ਨ ਕਰਵਾ ਕੇ ਛਾਤੀ ਤੋਂ ਛੋਟੀ ਕਰਵਾ ਲੋਗੇ, ਇਹ ਅਗਰ ਤੁਹਾਡਾ ਈਸਟ੍ਰੋਜਨ ਤੇ ਪ੍ਰੋਜੈਸਟਰੋਨ ਹਾਰਮੋਨ ਵਧਿਆ ਹੋਏਗਾ ਤਾਂ ਛਾਤੀ ਵਧਣੀ ਹੈ, ਟੈਸਟੋਸਟੇਰੋਨ ਲੈਵਲ ਕਮ ਹੋਏਗਾ। ਇਹਨਾਂ ਦੀ ਰਿਪੋਰਟ ਮੈਂ ਕਰਵਾਈ ਸੀ, ਟੈਸਟੋਸਟੇਰੋਨ ਲੈਵਲ ਬਹੁਤ ਜ਼ਿਆਦਾ ਕਮ ਸੀ, ਇਹਨਾਂ ਦੀਆਂ ਮੁੱਛਾਂ ਨਹੀਂ ਆ ਰਹੀਆਂ ਸੀਗੀਆਂ, ਛਾਤੀ ਵਧੀ ਜਾ ਰਹੀ ਸੀਗੀ, ਮੋਟਾਪਾ ਆਈ ਜਾ ਰਿਹਾ ਸੀ, ਯਾਨੀ ਕਿ ਸਾਰੀਆਂ ਉਹ ਅਲਾਮਤਾਂ ਜਿਹੜੀਆਂ ਔਰਤਾਂ ਦੇ ਵਿੱਚ ਹੁੰਦੀਆਂ ਨੇ। ਤੇ ਮੈਂ ਉਸ ਬੇਸ ਤੇ ਜਾ ਕੇ ਇਹਨਾਂ ਦੀ ਮੈਡੀਸਨ ਦੀ ਸਿਲੈਕਸ਼ਨ ਕੀਤੀ। ਅੱਲਾਹ ਪਾਕ ਨੇ ਕਰਮ ਫਰਮਾਇਆ, ਇਹਨਾਂ ਨੂੰ ਛਾਤੀ ਨੂੰ ਵੀ ਬਿਹਤਰ ਫਰਮਾਇਆ। ਇਹਨਾਂ ਦੀਆਂ ਦੂਸਰੀਆਂ ਜਿੰਨੀਆਂ ਵੀ ਅਲਾਮਤਾਂ ਸੀ, ਜਿਵੇਂ ਇਹਨਾਂ ਦੀਆਂ ਮੁੱਛਾਂ ਨਹੀਂ ਆ ਰਹੀਆਂ ਸੀ, ਦਾੜੀ ਨਹੀਂ ਆ ਰਹੀ ਸੀ, ਬਾਡੀ ਦੂਸਰੀ ਫਜ਼ੀਕ ਸੀ, ਤੇ ਇਹਨਾਂ ਨੂੰ ਪੁੱਛਦੇ ਹਾਂ ਹਾਂਜੀ ਵੀ ਤੁਹਾਨੂੰ ਕਿਵੇਂ ਫਰਕ ਪਿਆ ਹੈ। माशाल्लाह काफी फर्क है जी। मैं 200 मिल निकल ही सकता सी माशाल्लाह डॉक्टर साहब दे कोल आए हैं, काफी फर्क है जी माशाल्लाह। ਲਿਹਾਜ਼ਾ ਅਗਰ ਤੁਸੀਂ ਗਾਇਨੋਗੋਮੈਸਟੀਆ ਯਾਨੀ ਕਿ ਛਾਤੀ ਦੇ ਬੜਾ ਹੋਣ ਦੀ ਵਜ੍ਹਾ ਤੋਂ ਪਰੇਸ਼ਾਨ ਹੈ ਤੇ ਆਪਣੇ ਹਾਰਮੋਨਸ ਦਾ ਇਲਾਜ ਕਰਵਾ ਕੇ ਆਪਣੀ ਬਾਡੀ ਨੂੰ ਪਰਫੈਕਟ ਤੇ ਖੂਬਸੂਰਤ ਬਣਾ ਸਕਦੇ ਹੋ। ਅਸਾਂ